नवाब, आप देख रहे हैं PK न्यूज़। नाजरीन, सबसे पहले खबर शामिल करेंगे। DC कॉलोनी इलेक्शन में जोड़ तोड़ का सिलसिला बदस्तूर जारी है। मरूफ सियासी समाजी शख्सियत ज़ियाउल हसन नकवी ने पासवान ग्रुप के साथ मिलकर इलेक्शन लड़ने का बाकायदा ऐलान कर दिया। मज़ीद तफसीलात सरदार ताहिर महमूद की इस रिपोर्ट में। जी, इस वक्त मैं DC कॉलोनी पासवान ग्रुप के मरकज़ी ऑफिस के बाहर मौजूद हूँ, जहाँ पे एक पुरवकार किस्म की तकरीब का इनेकाद किया गया। सियासी समाजी शख्सियत और DC कॉलोनी की मारूफ शख्सियत जो अपने ख़ास असर रखते हैं एक अपने हबाब के अंदर, मोहतरम ज़िया हसन नकवी साहब, जो पिछले अदवार में 4 ग्रुप थे। जब DC कॉलोनी में इलेक्शन का जब पहला शेड्यूल आया 12 मार्च की जो डेट थी, उस वक्त वो अदल ग्रुप एक ग्रुप था जो उसके साथ थे। लेकिन चंद दिन पहले अदल ग्रुप के जो सरबराह थे, जो सदर के उम्मीदवार थे, वो फोंडो ग्रुप के अंदर शामिल हो गए और उनका जो ग्रुप है वो बिखर गया। उनमें से कुछ लोग दूसरे ग्रुपों में चले गए और जो बड़ा मेजर, जो सबसे बड़ा ग्रुप था उस ग्रुप के अंदर से, वो आज पासवान ग्रुप के साथ शमूलियत इख्तियार की और मिलकर इलेक्शन लड़ने का उन्होंने फैसला किया, जिसमें से उन्होंने 2 उम्मीदवार उनके एग्जेक्टिव मेंबरान के उम्मीदवार होंगे, राना तलत साहब, और एक दूसरे उम्मीदवार हैं मोहतरम जमान गुजर साहब। मेरे साथ जो मौजूद हैं नकवी साहब, उनसे पूछूंगा इस तमाम हवाले से और दीगर अहबाब से भी कि ये आखिर DC कॉलोनी क्या मिलकर पासवान ग्रुप के साथ इलेक्शन लड़ने का जो फैसला है वो उसके पीछे क्या कहानी और क्या वजूहात है। जी, बहुत शुक्रिया। ਤੁਸੀਂ बड़े अरसे तो DC कॉलोनी ਦੇ ਮਾਮਲਾਤ देख रहे सो ਤੇ ਕਰਪਸ਼ਨ ਦੇ ਨਾਂ ਤੇ ਤੁਸੀਂ 2 ਗਰੁੱਪ ਮਾਰਦੇ ਵਜੂਦ ਹੀ ਜਾਏ, ਜਿਨ੍ਹਾਂ ਦਾ ਸਲੋਗਨ ਇੱਕ ਸੀ। ਫਿਰ ਨਵੇਂ ਉਹਨਾਂ ਦੀ ਤੁਹਾਡੇ ਗਰੁੱਪ ਦੀ ਪਹਿਲੀ ਦਫਾ ਟੀਮ ਮੁਕੰਮਲ ਨਾ ਹੋ ਸਕੀ, ਲੇਕਿਨ ਜੋ ਤੁਸੀਂ ਸੋਚਿਆ ਉਹ ਨਾ ਹੋ ਸਕਿਆ। ਆਖਰਕਾਰ ਤੁਸੀਂ पासवान ग्रुप, क्योंकि पहले दिन तो एक को नुकते सी कि पहले इकतसाब, फिर इंतखाब, फिर मुख्तलिफ मराहल से गुजरिया। आखिरकार तुसी अज पासवान ग्रुप के नाल मिल के इलेक्शन लड़न का फैसला किया। अपनी तरफों 2 उम्मीदवार भी दिते ने। ਅਸੀਂ जिस दिन ਦਾ ਬਣਿਆ ਪਾਸਵਾਨ ਗਰੁੱਪ, ਜਿਸ ਦਿਨ ਦਾ ਅਦਲ ਗਰੁੱਪ ਬਣਿਆ, ਅਸੀਂ ਫਸਟ ਡੇ ਤੋਂ ਸਾਡਾ ਕਿਉਂਕਿ ਮਨਸ਼ੂਰ ਇੱਕ ਸੀ ਦੋਨਾਂ ਸਾਈਡਾਂ ਦਾ। ਜਦ ਅਸੀਂ ਦੇਖਿਆ ਕਿ ਅਸੀਂ ਸ਼ਾਇਦ ਇਹਨੂੰ ਮਿਸ ਕਰਾਂਗੇ, ਅਸੀਂ ਸਾਰੇ ਮਿਲਣ ਦੀ ਕੋਸ਼ਿਸ਼ ਕਰਦੇ ਰਹੇ ਹਾਂ ਔਰ ਉਹਦੇ ਵਿੱਚ ਸਾਡੇ 'ਚ ਕੋਈ 2 ਗਰੁੱਪ ਨਹੀਂ ਹਨ। ਅਸੀਂ ਦੋਨੇ ਇਕੱਠੇ ਹੋਏ ਹਾਂ, ਮਰਜਿੰਗ ਸਾਡੀ ਇਕੱਠੀ ਹੋਈ ਹੈ। ਅਸੀਂ ਕਿਸੇ ਦੇ ਨਾਲ ਇਸ ਕਰਕੇ ਨਹੀਂ ਆਏ ਕਿ ਅਸੀਂ ਰਹਿ ਗਏ ਸਾਂ ਜਾਂ ਸਾਡੇ ਵਿੱਚ ਬੰਦਾ ਕੋਈ ਨਹੀਂ ਸੀ। ਇਹ ਚੀਜ਼ ਨਹੀਂ ਹੈ। ਸਾਡੇ ਬਿਲਕੁਲ ਉਨੇ ਹੀ ਆਦਮੀ ਨੇ ਜਿੰਨੇ ਸਾਡੇ ਨਾਲ ਸਨ ਔਰ ਮੇਰੇ ਨਾਲ ਉਹ ਸਾਰੇ ਬੰਦੇ ਨੇ। ਅਗਰ ਇੱਕ ਆਦਮੀ ਉਸ ਸਾਈਡ 'ਤੇ ਚਲਾ ਗਿਆ, ਉਹਨਾਂ ਦੀ ਕਮਜ਼ੋਰੀ ਹੈ ਜਾਂ ਜੋ ਉਹਨਾਂ ਦਾ ਦਿਲ ਕੀਤਾ, ਬਜ਼ੁਰਗ ਨੇ, ਮੈਂ ਉਹਨਾਂ ਨੂੰ ਕਹਿਣਾ ਕੁਛ ਨਹੀਂ ਚਾਹੁੰਦਾ, ਲੇਕਿਨ ਸਾਡੇ ਸਾਰਿਆਂ ਦਾ ਬਹੁਤ ਪਹਿਲੇ ਤੋਂ ਇਹ ਚੱਲ ਰਿਹਾ ਸੀ ਸਿਲਸਿਲਾ ਕਿ ਅਸੀਂ ਇਕੱਠੇ ਹੋ ਜਾਈਏ। ਇਹਦੇ ਵਿੱਚ ਬ੍ਰਿਗੇਡੀਅਰ ਸਾਹਿਬ ਬੈਠੇ ਨੇ, ਰਾਣਾ ਸਾਹਿਬ ਬੈਠੇ ਨੇ, ਸੇਮ ਇਸ ਤਰ੍ਹਾਂ ਹੀ ਸੀ। ਇਸ ਕਰਕੇ ਅਸੀਂ ਲੋਕ ਆਏ ਨਹੀਂ ਹਾਂ, ਅਸੀਂ ਆਪਸ 'ਚ ਮਿਲ ਕੇ ਬੈਠੇ ਹਾਂ। ਅਸੀਂ ਇੱਕ ਦਿਨ ਵੀ ਅਲੱਗਾ ਨਹੀਂ ਹੋਏ, ਇੱਕ ਦਿਨ ਵੀ ਸਾਡੇ ਦੇ ਵਿੱਚ ਕੋਈ ਐਸੀ ਇਫਰਤ ਨਹੀਂ ਆਈ ਕਿ ਬਈ ਅਸੀਂ ਇਹ ਕਿਹੜਾ ਗਰੁੱਪ ਹੈ, ਉਹ ਕਿਹੜਾ ਗਰੁੱਪ ਹੈ, ਨਥਿੰਗ। ਅਸੀਂ ਹਮੇਸ਼ਾ ਤੋਂ ਇਕੱਠੇ ਹਾਂ, ਇਹਨਾਂ ਨਾਲ ਵੀ ਇਕੱਠੇ ਹਾਂ। ਔਰ ਜਿਹੜੇ ਬਾਕੀ ਸਾਥੀ ਨੇ, ਸਿਰਫ ਇਹ ਸਾਥੀ ਨਹੀਂ, ਬਹੁਤ ਸਾਰੇ ਸਾਥੀ ਜਿਹੜੇ ਸਾਡੇ ਵੀ ਦੋਸਤ ਨੇ, ਤੁਸੀਂ ਦੇਖਦੇ ਪਏ ਹੋ ਨਾ ਕਿੰਨੀ ਦੁਨੀਆ ਆਉਂਦੀ ਹੈ ਤੇ ਸਾਰੇ ਜਾਣਦੇ ਨੇ। ਇਹ ਸਾਰੇ ਮੇਰੇ ਵੋਟਰ ਨੇ। ਜਿਸ ਦੇ ਕੋਲ ਮੈਂ ਜਾਣਾ ਮੈਨੂੰ ਕਿਸੇ ਨੇ ਨਾ ਨਹੀਂ ਕਰਨੀ। ਔਰ ਇਨਸ਼ਾਅੱਲਾ ਤਾਲਾ ਅਸੀਂ ਮਿਲ ਕੇ ਇਹੀ ਸੋਚਿਆ ਕਿ ਅਸੀਂ ਦੋਨੇ ਗਰੁੱਪ ਮਿਲ ਕੇ ਤੇ ਆਪਸ ਦੇ ਵਿੱਚ ਕਮ ਸੇ ਕਮ ਉਹਨਾਂ ਤਾਕਤਾਂ ਨੂੰ ਖਤਮ ਕਰ ਲਈਏ ਜਿਨ੍ਹਾਂ ਦੇ ਕੋਲੋਂ ਸਾਰੇ ਤੰਗ ਆ ਗਏ ਨੇ ਔਰ DC ਕਲੋਨੀ ਫੇਲ ਹੋ ਗਈ। ਇਹਦੇ ਵਿੱਚ ਕੋਈ ਚੀਜ਼ ਨਹੀਂ ਰਹਿ ਗਈ। ब्रिगेडियर साहब, आज की शमूलीयत तुसी किस नज़र ਨਾਲ ਦੇਖ ਰਹੇ? ਫਿਰ ਤੁਸੀਂ ਉਹੀ ਗੱਲ, ਅੱਜ ਦੀ ਸ਼ਮੂਲੀਅਤ ਨਹੀਂ। ਮੈਂ ਇਹਦਾ ਕਲੈਰੀਫਿਕੇਸ਼ਨ ਕਰਦੇ ਹਾਂ। ਜਿਹੜੇ ਸਾਡੇ ਬਜ਼ੁਰਗ ज़ियाउल हसन नकवी साहब ने फरमाया है, ਇਹ 100% ਦਰੁਸਤ ਹੈ ਕਿ ਸਾਡੇ ਨਜ਼ਰੀਆਤ ਪਹਿਲੇ ਦਿਨ ਤੋਂ ਯਕਸਾਂ ਸਨ। ਉਹਦੇ 'ਚ ਕੋਈ ਫਰਕ ਨਹੀਂ ਸੀ। ਸਿਰਫ ਇਹ ਸੀ ਕਿ ਉਹ ਜਿਹੜਾ ਅਦਲ ਗਰੁੱਪ, ਚੂੰਕਿ ਉਹ ਪਹਿਲੇ ਵਜੂਦ ਵਿੱਚ ਆ ਚੁੱਕਿਆ ਸੀ ਤੇ ਸਾਨੂੰ ਆਪਸ ਵਿੱਚ ਮਿਲਦਿਆਂ ਥੋੜ੍ਹਾ ਟਾਈਮ ਲੱਗਿਆ। ਲੇਕਿਨ ਅੱਛੀ ਗੱਲ ਇਹ ਕਿ ਇਹਨਾਂ ਤੇ ਅਸਾਂ ਦੋਵਾਂ ਗਰੁੱਪਾਂ ਨੇ ਆਪਣੇ ਨਜ਼ਰੀਆਤ 'ਤੇ ਕੰਪਰੋਮਾਈਜ਼ ਨਹੀਂ ਕੀਤਾ, ਜਿਹੜਾ ਕਿ ਯਕਸਾਂ ਹੈ। ਅਸੀਂ ਉਹਨੂੰ ਲੈ ਕੇ ਅੱਗੇ ਚੱਲਣ ਦਾ ਇੱਕ ਤਈਆਜ ਕੀਤਾ ਹੈ। ਸਾਡੇ 'ਚ ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਹੈ, ਸਾਡੇ ਇਹ ਹੀ ਵੱਡੇ ਨੇ।
ਔਰ ਇਨਸ਼ਾਅੱਲਾ ਤਾਲਾ ਇਹ ਅਸੀਂ ਇਹਨਾਂ ਦੀ ਮੌਜੂਦਗੀ ਵਿੱਚ ਇਹਨਾਂ ਦੀ ਦੁਆ ਬਰਕਤ ਨਾਲ ਅਸੀਂ ਇਹ ਇਲੈਕਸ਼ਨ ਨੂੰ ਅੱਗੇ ਵਧਾਵਾਂਗੇ ਔਰ ਜ਼ਰੂਰ ਇਹ ਜਿਹੜੇ ਕਰਪਸ਼ਨ ਦੇ ਮੈਂ ਪਹਿਲੇ ਬੁੱਧ ਦਾ ਲਫ਼ਜ਼ ਇਸਤੇਮਾਲ ਕੀਤਾ ਇਹਨਾਂ ਨੂੰ ਤੋੜਾਂਗੇ। ਬਕਾਇਦਾ ਤੌਰ ਤੇ ਦੋਵਾਂ ਗਰੁੱਪਾਂ ਤੁਸੀਂ ਮਿਲ ਕੇ ਇਲੈਕਸ਼ਨ ਲੜਨ ਦਾ ਪਬਲਿਕਲੀ ਤੌਰ ਪਰ ਇਜ਼ਹਾਰ ਕੀਤਾ ਕਿਆ ਇਹ ਦੋ ਜਿਹੜੇ ਗਰੁੱਪ ਤੁਸੀਂ ਸਮਝਦੇ ਹੋ ਕਿ ਦੋ ਜਿਹੜੇ ਮੇਜਰ ਗਰੁੱਪ ਜਿਨ੍ਹਾਂ ਦਾ ਮੁਕਾਬਲਾ ਹੈ ਜਿਸ ਨਸਬੋ ਲੈਣ ਤੇ ਤੁਸੀਂ ਆਏ ਹੋ ਇਹ ਮੁਕਾਬਲਾ ਕਰ ਸਕੋਗੇ? ਇਨਸ਼ਾਅੱਲਾ ਮੁਕਾਬਲਾ ਉਹਦੀ ਹਿੰਮਤ ਤੇ ਅੱਲਾਹ ਤਾਲਾ ਦੀ ਜ਼ਾਤ ਨੇ ਦਿੱਤੀ ਸੀ ਤੇ ਸਾਨੂੰ ਇਹ ਸੋਚ ਦਿੱਤੀ ਸੀ ਕਿ ਅਸੀਂ ਇੱਥੇ ਆ ਕੇ ਅਲਮ ਬੁਲੰਦ ਕਰੀਏ ਕਰਪਸ਼ਨ ਦੇ ਖਿਲਾਫ। ਐਪਰੀਸ਼ੀਏਟ ਅੱਜ ਦਾ ਇਸ਼ਤਰਾਕ ਇਨਸ਼ਾਅੱਲਾ ਤੁਹਾਡੀ ਆਉਣ ਵਾਲੀ ਨਸਲ ਨੂੰ ਇਹ ਪੈਗਾਮ ਅਸੀਂ ਦੇ ਕੇ ਜਾਵਾਂਗੇ ਕਿ ਲਓ ਬੇਟਾ ਅਸੀਂ ਸੁਰਖਰੂ ਹੋ ਗਏ ਹਾਂ, ਅਸੀਂ ਜਿਹੜਾ ਅਲਮ ਚੁੱਕਿਆ ਸੀ ਅਸੀਂ ਰਲ ਕੇ ਮੈਂ ਮੇਰੀ ਪਹਿਲੇ ਦਿਨ ਤੋਂ ਖਾਹਿਸ਼ ਸੀ ਕਿ ਸਾਡਾ ਨਜ਼ਰੀਆ ਤੇ ਮਨਸ਼ੂਰ ਦੋ ਗਰੁੱਪਾਂ ਦਾ ਇੱਕ ਹੈ, ਉਹਨਾਂ ਦੋਵਾਂ ਦਾ ਇੱਕ ਹੈ ਔਰ ਮੈਂ ਕਹਿੰਦਾ ਸਾਂ ਕਿ ਉਹਨਾਂ ਦੋਵਾਂ ਨੂੰ ਇੱਕ ਹੋਣਾ ਚਾਹੀਦਾ, ਸਾਨੂੰ ਦੋਵਾਂ ਨੂੰ ਇੱਕ ਹੋਣਾ ਚਾਹੀਦਾ। ਡਾਰ ਸਾਹਿਬ ਅੱਜ ਦਾ ਜਿਹੜੀ ਇਹ ਮਿਲ ਕੇ ਇਲੈਕਸ਼ਨ ਲੜਨ ਦਾ ਅਦਲ ਗਰੁੱਪ ਦਾ ਹੋਇਆ ਫੈਸਲਾ ਕਿਉਂਕਿ ਦੋਏ ਗਰੁੱਪਾਂ ਦਾ ਨੁਕਤਾ ਨਜ਼ਰ ਇੱਕ ਸੀ, ਮਨਸ਼ੂਰ ਇੱਕ ਸੀ, ਦੋਏ ਕਰਪਸ਼ਨ ਦੇ ਖਿਲਾਫ ਦੋਵਾਂ ਦਾ ਜਹਾਦ ਦਾ ਐਲਾਨ ਸੀ। ਫਿਰ ਵਿੱਚੋਂ ਅਦਲ ਗਰੁੱਪ ਦਾ ਜਿਹੜਾ ਬਾਨੀ ਸੀ ਜਿਹਨੇ ਗਰੁੱਪ ਬਣਾਇਆ ਉਹ ਦੂਸਰੇ ਗਰੁੱਪ ਹੀ ਚਲਾ ਗਿਆ, ਕੁਝ ਦੋਸਤ ਤੁਹਾਡੇ ਨਾਲ ਮਿਲ ਗਏ ਨੇ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਮੈਂ ਕਤਈ ਤੌਰ ਦੇ ਉੱਤੇ ਇਹਦੇ ਤੇ ਬਲੀਵ ਨਹੀਂ ਰੱਖਦਾ ਕਿ ਕੁਝ ਦੋਸਤ ਸਾਡੇ ਨਾਲ ਮਿਲ ਗਏ ਨੇ। ਅਸੀਂ ਇਹ ਕਹਿ ਰਹੇ ਹਾਂ ਕਿ ਸਿਰਫ ਚੰਦ ਦੋਸਤ ਜਿਨ੍ਹਾਂ ਦਾ ਕੋਈ ਇਖਤਲਾਫ ਰਾਏ ਜਿਹੜਾ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਹੋ ਸਕਦਾ ਹੈ ਉਹ ਸਿਰਫ ਉਧਰ ਫਾਊਂਡਰ ਵੱਲ ਗਏ ਨੇ, ਉਹ ਵੀ ਉਹ ਆਪਣਾ ਸਲੋਗਨ ਛੱਡ ਕੇ ਗਏ ਨੇ। ਠੀਕ ਹੈ, ਸਾਡੇ ਨਾਲ 100% ਸਾਥੀ ਖੜੇ ਨੇ ਔਰ ਉਹੀ ਲੋਕ ਸਾਡੇ ਨਾਲ ਖੜੇ ਨੇ ਜਿਨ੍ਹਾਂ ਦਾ ਸਲੋਗਨ ਸਾਡੇ ਨਾਲ ਮਿਲਦਾ ਸੀ ਕਿ ਉਹਨਾਂ ਕਰਪਸ਼ਨ ਦੀ ਮੁਖਾਲਫਤ ਵਾਸਤੇ ਹੀ ਅਦਲ ਗਰੁੱਪ ਬਣਿਆ ਸੀ। ਅਦਲ ਗਰੁੱਪ ਦਾ ਕਤਈ ਤੌਰ ਦੇ ਉੱਤੇ ਮਕਸਦ ਨਹੀਂ ਸੀ ਕਿ ਉਹ ਕਿਸੇ ਕਰਪਟ ਗਰੁੱਪ ਦਾ ਹਿੱਸਾ ਬਣੇ, ਜਦ ਕਿ ਅਸੀਂ ਅਰਸਾ ਦਰਾਜ਼ ਤੋਂ ਮੈਂ 9 ਸਾਲ ਤੋਂ ਇਹ ਕਹਿ ਰਿਹਾ ਇਹ ਫਾਊਂਡਰ ਗਰੁੱਪ ਔਰ ਯੂਨਿਟੀ ਗਰੁੱਪ ਕੋਈ ਦੋ ਗਰੁੱਪ ਨਹੀਂ ਹੈ। ਫਾਊਂਡਰ ਗਰੁੱਪ ਔਰ ਯੂਨਿਟੀ ਗਰੁੱਪ ਇਹ ਇੱਕੋ ਗਰੁੱਪ ਦੇ ਹੁਣ ਦੋ ਪਾਰਟ ਬਣੇ ਨੇ। ਇਸ ਤੋਂ ਪਹਿਲੇ ਆਤਫ ਚੀਮਾ ਜਿਹੜਾ ਉਹ ਫਾਊਂਡਰ ਗਰੁੱਪ ਦਾ ਉਹਨੇ ਇਲੈਕਸ਼ਨ ਲੜਿਆ, ਵਿਕਾਸ ਸ਼ਾਹਿਦ ਖੋਖਰ, ਜ਼ੁਲਫਕਾਰ ਚੀਮਾ ਇਹ ਸਾਰੇ ਫਾਊਂਡਰ ਗਰੁੱਪ ਦਾ ਪਾਰਟ ਨੇ। ਫਾਊਂਡਰ ਗਰੁੱਪ ਹੀ ਇਹ ਸਿਰਫ ਵੰਡੀ ਦਾ ਰੌਲਾ ਹੈ, ਇਹਨਾਂ ਦੀ ਕਰਪਸ਼ਨ ਦੀ ਲੁੱਟ ਮਾਰ ਦਾ ਸਿਰਫ ਇਸ਼ੂ ਹੈ ਜਿਹਦੇ ਵਿੱਚ ਦੋ ਗਰੁੱਪ ਅਲੱਗਾ ਹੋ ਕੇ ਇੱਕ ਨੇ ਆਪਣਾ ਨਵਾਂ ਨਾਂ ਯੂਨਿਟੀ ਰੱਖ ਲਿਆ। ਅਦਰਵਾਈਜ਼ ਯੂਨਿਟੀ ਕੋਈ ਗਰੁੱਪ ਨਹੀਂ ਹੈ, ਇਹ ਸਿਰਫ ਹੁਣ ਇੱਕੋ ਹੀ ਗਰੁੱਪ ਦੇ ਦੋ ਗਰੁੱਪ ਬਣ ਗਏ ਨੇ ਔਰ ਇਹ ਦੋਵੇਂ ਕਰਪਟ ਨੇ। ਤੇ ਸਾਡੇ ਨਾਲ ਉਹੀ ਸਾਥੀ ਆਉਣਗੇ ਇਨਸ਼ਾਅੱਲਾ ਤਾਲਾ ਜਿਹੜੇ ਕਰਪਸ਼ਨ ਦੇ ਖਿਲਾਫ ਹੋਣਗੇ। ਜਿਸ ਬੰਦੇ ਦਾ ਮਾਈਂਡ ਕੋ ਕਰਪਸ਼ਨ ਦਾ ਹੋਵੇਗਾ ਉਹ ਕਰਪਟ ਵਾਲੀ ਸਾਈਡ ਦੇ ਉੱਤੇ ਜਾਏਗਾ, ਉਹ ਇਹਨਾਂ ਦੋਵਾਂ ਗਰੁੱਪਾਂ ਜੋ ਕਿਸੇ ਦੇ ਬਾਰੇ ਵੀ ਚੂਜ਼ ਕਰ ਸਕਦਾ, ਕਿਸੇ ਦੇ ਕੋਲ ਵੀ ਜਾ ਸਕਦਾ। ਅਸੀਂ ਇਨਸ਼ਾਅੱਲਾ ਤਾਲਾ ਆਪਣੇ ਸਲੋਗਨ ਦੇ ਉੱਤੇ ਕਰਪਸ਼ਨ ਦੇ ਖਿਲਾਫ ਆਪਣੇ ਅਲੱਗਾ ਗਰੁੱਪ ਔਰ ਆਪਣੇ ਇਨਸ਼ਾਅੱਲਾ ਤਾਲਾ ਪਾਸਬਾਨ ਗਰੁੱਪ ਦੇ ਉੱਤੇ ਪਾਸਬਾਨ ਹਮੇਸ਼ਾ ਰਹੇਗਾ ਇਨਸ਼ਾਅੱਲਾ ਤਾਲਾ ਡੀਸੀ ਕਲੋਨੀ ਦੇ ਅੰਦਰ। ਇਹਨਾਂ ਕਰਪਟ ਲੋਕਾਂ ਦੇ ਅੱਗੇ ਅਸੀਂ ਇਨਸ਼ਾਅੱਲਾ ਦੀਵਾਰ ਬਣ ਕੇ ਰਵਾਂਗੇ, ਹਰ ਫੋਰਮ ਦੇ ਉੱਤੇ ਇਹਨਾਂ ਦੀ ਮੁਖਾਲਫਤ ਕਰਾਂਗੇ ਔਰ ਕਿਸੇ ਸੂਰਤ ਦੇ ਵਿੱਚ ਜਿਹੜਾ ਬੰਦਾ ਕਰਪਸ਼ਨ ਦੇ ਖਿਲਾਫ ਹੋਵੇਗਾ ਉਹ ਨਾ ਫਾਊਂਡਰ ਦਾ ਪਾਰਟ ਬਣੇਗਾ ਨਾ ਯੂਨਿਟੀ ਗਰੁੱਪ ਦਾ ਪਾਰਟ ਬਣੇਗਾ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਡੀਸੀ ਕਲੋਨੀ ਦਾ ਮੇਨ ਦਫ਼ਤਰ ਬੰਦ ਸੀ, ਮਾਰਕੀਟਾਂ ਸੀਲ ਹੋ ਗਈਆਂ। ਇਹ ਤੁਸੀਂ ਸਮਝਦੇ ਹੋ ਕਿ ਜਿਹੜਾ ਕਈਆਂ ਸਾਲਾਂ ਤੋਂ ਇੱਕ ਸਿਲਸਿਲਾ ਜਾਰੀ ਹੈ ਇਹਦਾ ਔਰ ਫਿਲਹਾਲ ਮੌਜੂਦ ਵੀ ਕੋਈ ਨਹੀਂ ਸੁਸਾਇਟੀ ਦੇ ਅੰਦਰ ਕੋਈ ਵਾਇਰਸ ਕੋਈ ਨਹੀਂ, ਮੈਨੇਜਮੈਂਟ ਕਮੇਟੀ ਇਲੈਕਸ਼ਨ ਬਾਰ-ਬਾਰ ਡਿਲੇ ਹੋਣ ਦੀ ਵਜ੍ਹਾ ਨਾਲ ਲਾਸ ਨਹੀਂ ਹੋ ਰਿਹਾ? ਜੀ ਇਹ ਬਿਲਕੁਲ ਤੁਸੀਂ ਦੋ ਚੀਜ਼ਾਂ ਨੂੰ ਮਿਕਸ ਅਪ ਨਾ ਕਰੋ। ਜਿਹੜਾ ਡੀਸੀ ਕਲੋਨੀ ਦਾ ਦਫ਼ਤਰ ਸੀਲ ਹੋਣ ਦਾ ਮੈਟਰ ਇਹ ਟੋਟਲੀ ਤੌਰ ਦੇ ਉੱਤੇ ਡਿਫਰੈਂਟ ਹੈ। ਇਹ ਸਾਰਾ ਕਮਾਲ ਫਾਊਂਡਰ ਗਰੁੱਪ ਦਾ ਹੈ। ਇਹ ਫਾਊਂਡਰ ਗਰੁੱਪ ਦੀ ਵਜ੍ਹਾ ਤੋਂ ਦਫ਼ਤਰ ਸੀਲ ਹੋਇਆ ਸੀ। ਕਿਉਂ ਕਿ ਜਦੋਂ ਦੇਖੋ ਕੋਈ ਵੀ ਚੀਜ਼ ਇਹ ਜਦੋਂ ਪ੍ਰੋਫੈਸਰ ਟਾਊਨ ਜਿਹੜਾ ਜਦੋਂ ਮਰਜ ਹੋਇਆ 2010 ਵਿੱਚ ਮਰਜ ਹੋਇਆ, ਲੇਕਿਨ ਮਰਜ ਹੋਣਾ ਕੋਈ ਲੀਗਲ ਕੰਡੀਸ਼ਨ ਨਹੀਂ ਹੁੰਦੀ। ਜਿਹੜਾ ਰੈਵਨਿਊ ਦੇ ਚਾਰਜਿਸ ਪੈਣੇ ਸਨ, ਜਿਹੜੇ ਸਟੈਂਪ ਡਿਊਟੀ ਪੈਣੀ ਸੀ ਉਦੋਂ ਪੈਣੀ ਸੀ ਜਦੋਂ ਇਹਨੇ ਟ੍ਰਾਂਸਫਰ ਹੋਣਾ ਸੀ, ਜਦੋਂ ਮਲਕੀਤੀ ਚੇਂਜ ਹੋਣੀ ਸੀ, ਜਦੋਂ ਪ੍ਰਾਪਰਟੀ ਦੇ ਤੁਹਾਡੇ ਉਹ ਤੁਸੀਂ ਮਾਲਕਾਨਾ ਹਕੂਕ ਮਿਲਦੇ ਨੇ ਉਦੋਂ ਤੁਹਾਡੇ ਉੱਤੇ ਸਟਾਂਪ ਲੱਗਦਾ ਹੈ। ਇਹ ਮਾਲਕਾਨਾ ਹਕੂਕ 2017 ਦੇ ਵਿੱਚ ਮਿਲੇ ਨੇ। ਇਹ ਸਾਰੀ ਕਰਪਸ਼ਨ ਦਾ, ਇਹ ਸਾਰੀ ਚੋਰ ਬਜ਼ਾਰੀ ਦਾ ਵਿਕਾਸ ਸ਼ਾਇਦ ਖੋਖਰ ਜ਼ਿੰਮੇਦਾਰ ਹੈ। ਇਹ ਉਦੋਂ ਸੈਕਟਰੀ ਸੀ ਔਰ ਇਹਨੇ ਬਗੈਰ ਸਟੈਂਪ ਡਿਊਟੀ ਦੇਣ ਤੋਂ, ਇਹ ਸਾਰਾ ਫਾਊਂਡਰ ਗਰੁੱਪ ਹੀ ਹੈ, ਇਹ ਬਗੈਰ ਸਟੈਂਪ ਡਿਊਟੀ ਦੇਣ ਤੋਂ ਇਹਨਾਂ ਉਹਨੂੰ ਮਰਜ ਕੀਤਾ, ਉਹਦੀਆਂ ਜ਼ਮੀਨਾਂ ਡੀਸੀ ਕਲੋਨੀ ਦੇ ਨਾਂ ਲੱਗੀਆਂ। ਇਹ ਉਹ ਬਕਾਇਆ ਜਾ ਸਨ ਜਿਹਦਾ ਅੱਜ ਕਿ ਉਹ ਜਿਹਦੀ ਵਜ੍ਹਾ ਤੋਂ ਆ ਕੇ ਦਫ਼ਤਰ ਸੀਲ ਹੋਇਆ। ਮੈਂ ਨਹੀਂ ਸਮਝਦਾ, ਮੈਂ ਕਹਿੰਦਾ ਕਿ ਮੌਜੂਦਾ ਟੀਮ ਵੀ ਉਹਦੇ ਵਿੱਚ ਵੀ ਵਿਕਾਸ ਖੋਖਰ ਮੌਜੂਦ ਹੈ ਬਤੌਰ ਨਾਇਬ ਸਦਰ। ਇਹ ਸਾਰਾ ਇੱਕੋ ਹੀ ਟੋਲਾ ਹੈ, ਇਹ ਸਾਰੇ ਕਰਪਟ ਨੇ, ਇਹਨਾਂ ਦੀ ਵਜ੍ਹਾ ਤੋਂ ਹੀ ਦਫ਼ਤਰ ਸੀਲ ਹੋਇਆ। ਔਰ ਇਹ ਸਿਆਸੀ ਗੇਮ ਕਰ ਰਹੇ ਹਨ ਕਿ ਜੀ ਦਫ਼ਤਰ ਕਰੋ ਸੀਲ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਰਜੀਮ ਨਹੀਂ ਹੈ ਤਾਂ ਸੀਲ ਹੋਇਆ। ਨਹੀਂ, ਇਹ ਇਹਨਾਂ ਦੀ ਵਜ੍ਹਾ ਤੋਂ ਹੀ ਸੀਲ ਹੋਇਆ ਸੀ। ਇਹ ਅੱਜ ਦੇ ਪੈਸੇ ਨਹੀਂ ਆਏ,
2017 ਦੇ ਨੇ, ਉਦੋਂ ਵੀ ਫਾਊਂਡਰ ਗਰੁੱਪ ਸੀ। ਹੁਣ ਵੀ ਜਿਹੜੀ ਰਜੀਮ ਖਤਮ ਹੋਈ ਹੈ ਇਹ ਵੀ ਫਾਊਂਡਰ ਗਰੁੱਪ ਹੈ। ਮਾਰਕੀਟ ਜਿਹੜੀ ਹੋਈ ਮਾਰਕੀਟ ਜਿਹੜੀ ਸੀਲ ਹੋਈ ਹੈ, ਦੇਖੋ ਇਹ ਮੌਜੂਦਾ ਰਜੀਮ ਜਿਹੜੀ ਹੈ ਇਹ ਉਹਦੀ ਨੈਗਲੀਜੈਂਸੀ ਹੈ। ਕਿਉਂ ਕਿ ਉਹ ਮਾਲਕ ਨੇ, ਕਿਰਾਏਦਾਰਾਂ ਦਾ ਇਹਦੇ 'ਚ ਕੋਈ ਕਸੂਰ ਨਹੀਂ। ਉਹਨਾਂ ਟੈਕਸ ਸਤੰਬਰ ਹਰ ਸਾਲ ਦੇ ਵਿੱਚ ਟੈਕਸ ਜਿਹੜਾ ਵੇ 30 ਸਤੰਬਰ ਤੋਂ ਪਹਿਲੇ ਜਮ੍ਹਾਂ ਕਰਾਈਦਾ ਵੇ। ਆਮ ਸਾਡੇ ਲੋਕਾਂ ਨੂੰ ਜਿੰਨਾ ਵੀ ਪ੍ਰਾਪਰਟੀ ਟੈਕਸ ਹੁੰਦਾ 30 ਸਤੰਬਰ ਤੋਂ ਪਹਿਲੇ ਜਮ੍ਹਾਂ ਕਰਾਈਦਾ। ਇਹਨਾਂ 30 ਸਤੰਬਰ ਨੂੰ ਆਪਣੀ ਪ੍ਰਾਪਰਟੀ ਦਾ ਟੈਕਸ ਨਹੀਂ ਜਮ੍ਹਾਂ ਕਰਾਇਆ, ਉਹਦੀ ਸਜ਼ਾ ਰਿਹਾਇਸ਼ੀਆਂ ਨੂੰ ਔਰ ਮਾਰਕੀਟ ਵਾਲਿਆਂ ਨੂੰ ਭੁਗਤਣੀ ਪਈ। ਜਦ ਕਿ ਉਹਦੇ ਜ਼ਿੰਮੇਦਾਰ ਜਿਹੜੇ ਮੌਜੂਦਾ ਸੈਕਟਰੀ ਸੀ ਆਤਫ ਚੀਮਾ ਔਰ ਵਿਕਾਸ ਸ਼ਾਹਿਦ ਖੋਖਰ ਜਿਹੜੀ ਟੀਮ ਖਾਲਦ ਸੁਲਤਾਨ, ਇਹ ਸਾਰੇ ਇਹ ਜ਼ਿੰਮੇਦਾਰ ਨੇ ਜਿਹੜਾ ਮਾਰਕੀਟ ਸੀਲ ਹੋਈ ਸੀ। ਤੇ ਇਲੈਕਸ਼ਨ ਜਿਹੜਾ ਡਿਲੇ ਹੁੰਦਾ ਹੈ ਇਹਦਾ ਕਿਹਨੂੰ ਫਾਇਦਾ ਹੋਏਗਾ? ਇਲੈਕਸ਼ਨ ਜਿਹੜਾ ਡਿਲੇ ਹੋਵੇਗਾ ਉਹਦਾ ਅਗਰ ਆਇੰਦਾ ਵੀ ਹੋਇਆ ਤੇ ਫਿਰ ਵੀ ਉਹਦਾ ਫਾਇਦਾ ਮੈਂ ਗਰੰਟੀ ਦੇ ਨਾਲ ਕਹਿਣਾ ਕਿ 100% ਡੀਸੀ ਕਲੋਨੀ ਨੂੰ ਹੋਵੇਗਾ, ਇਹਦੀਆਂ ਸੜਕਾਂ ਨੂੰ ਹੋਵੇਗਾ, ਇਹਦੇ ਰਿਹਾਇਸ਼ੀਆਂ ਨੂੰ ਹੋਵੇਗਾ ਔਰ ਇਹਦੇ ਡੀਸੀ ਕਲੋਨੀ ਦਾ ਫਾਇਦਾ ਹੋਵੇਗਾ। ਕਿਉਂ ਕਿ ਸਾਡੇ ਇਲੈਕਸ਼ਨ ਦੇ ਮਾਮਲਾਤ 'ਚ ਰੁਕਾਵਟ ਦੀ ਸਿਰਫ 1 2 3 ਵਜੂਹਾਤ ਨੇ। ਇੱਕ ਤੇ ਐਵੇਂ ਕਿ ਜਿੰਨੀ ਦੇਰ ਤੱਕ ਦੇਖੋ ਇੱਕ ਬੁਨਿਆਦੀ ਚੀਜ਼ ਹੁੰਦੀ ਹੈ ਵੋਟਰ ਲਿਸਟ, ਇਹਨਾਂ ਵੋਟ 2 ਨੰਬਰ ਪਾਏ ਨੇ, ਆਤਫ ਚੀਮੇ ਦੇ ਵੋਟ ਜਿਹੜੇ ਨੇ ਨਿਕਲ ਗਏ ਨੇ, ਜਦ ਕਿ ਜਿਹੜੇ ਅਮਜਦ ਬੱਟ ਸਾਹਿਬ ਦੇ ਟਾਈਮ ਦੇ, ਵਿਕਾਸ ਖੋਖਰ ਦੇ ਟਾਈਮ ਦੇ ਤੇ ਇਹਨਾਂ ਅਲਾਟਮੈਂਟਾਂ ਕੀਤੀਆਂ 639 ਵੋਟ ਉਹ ਹਾਲੇ ਤੱਕ ਮੌਜੂਦ ਨੇ। ਲੇਕਿਨ ਅਸੀਂ ਚੂੰਕਿ ਹਾਈ ਕੋਰਟ ਦੇ ਫੈਸਲੇ ਨੂੰ ਸਾਡੇ ਉੱਤੇ ਪਾਬੰਦੀ ਹੈ ਕਿ ਅਸੀਂ ਉਹਨੂੰ ਓਬੇ ਕਰੀਏ, ਅਸੀਂ ਮਤਲਬ ਕਿ ਉਹਦੇ ਪਾਬੰਦ ਆ। ਹਾਈ ਕੋਰਟ ਨੇ ਜਿਹੜਾ ਸ਼ਡਿਊਲ ਦਿੱਤਾ ਵੇ, ਅਸੀਂ ਇਨਸ਼ਾਅੱਲਾ ਤਾਲਾ ਆਪਣੀ ਤਿਆਰੀ ਕਰ ਰਹੇ ਹਾਂ, ਇਲੈਕਸ਼ਨ ਲੜਾਂਗੇ। ਅਗਰ ਇਹਦੇ ਵਿੱਚ ਕੋਈ ਮਾਮਲਾ ਐਸਾ ਗਵਰਨਮੈਂਟ ਲੈਵਲ ਦੇ ਉੱਤੇ ਜਾਂ ਕਿਸੇ ਵੀ ਲੈਵਲ ਦੇ ਉੱਤੇ ਆਵੇਗਾ ਤਾਂ ਇਨਸ਼ਾਅੱਲਾ ਤਾਲਾ ਸਾਰਿਆਂ ਦੇ ਸਾਹਮਣੇ ਹੋਵੇਗਾ।